ਜਿੱਦਾਂ ਭਾਰਾਪਣ ਨਹੀਂ ਹੁੰਦਾ, ਜਿੱਦਾਂ ਪੇਟ ਭਾਰਾ ਭਾਰਾ ਹੋ ਗਿਆ, ਵੀ ਨਾ ਤੁਰਿਆ ਜਾਵੇ ਨਾ ਖਲੋਇਆ ਜਾਵੇ। ਜਦੋਂ ਤੁਰਦਾ ਤਾਂ ਇੰਨੀ ਦਰਦ ਹੁੰਦੀ ਵੀ ਜਿੱਦਾਂ ਸਾਹ ਬੰਦ ਹੋ ਗਿਆ ਮੇਰਾ, ਸਾਹ ਨਹੀਂ ਆਉਂਦਾ। ਹੁਣ ਵੀ ਵੈਸੇ ਵੇਖਣ ਚ ਅੱਖਾਂ ਤੁਹਾਡੀਆਂ ਬਿਲਕੁਲ ਠੀਕ ਲੱਗ ਰਹੀਆਂ ਨੇ, ਇਦਾਂ ਲੱਗ ਰਿਹਾ ਕਿ ਬਿਲਕੁਲ ਠੀਕ ਨੇ, ਤੇ ਉਹਦਾ ਦਿਸ ਕੁਝ ਨਹੀਂ ਰਿਹਾ ਤੁਹਾਨੂੰ? ਆਪਣਾ ਹੱਥ ਵੀ ਜਿਹੜਾ ਹਿਲਾਉਣਾ ਨੇ ਵੀ ਨਹੀਂ ਦਿਖਦਾ। ਪੁਲਿਸ ਪਾਸ ਨਹੀਂ ਕੁਝ ਕਹਿੰਦੀ ਆ? ਪੁਲਿਸ ਮਹੀਨਾ ਲੈਂਦੀ ਹੈ ਜੀ, ਅਸੀਂ ਕਈ ਵਾਰ ਵੇਖਿਆ ਅੱਖੀ ਜੀ ਵੀ ਵੇਚਣ ਡਿਆ ਜੀ, ਵੀ ਗੰਡੇ ਜਿਹੜੀ ਵਿਕਦੀ ਨਹੀਂ ਵਿਕਦੀ, ਫਿਰ ਉਹ ਡੇ ਟੱਬਰ ਵੇਚਣ। ਅੱਛਾ, ਹਾਂਜੀ, ਫਿਰ ਚੱਲਣ ਡਿਆ ਕੰਮ। ਜੇ ਉੱਠ ਕੇ ਤੁਰੂ ਫਿਰੂਗਾ ਨਾ, ਨਹਾਊ ਧੋਊਗਾ ਨਾ, ਰੋਟੀ ਨਹੀਂ ਖਾ ਸਕਦਾ ਏ। ਕੌਣ ਇਹਨੂੰ ਰੋਟੀ ਰੋਜ਼ ਖਵਾਇਆ ਕਰੂ? ਕੌਣ ਨਵਾਇਆ ਧੋਇਆ ਕਰੂ? ਕਿੰਨਾ ਮੁਸ਼ਕਿਲ ਹੋ ਗਿਆ ਵਾ। ਮਾਝੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ ਜਾਰੀ ਹੈ। ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਮੇਰੇ ਨਾਲ ਇਸ ਵੇਲੇ ਪਿੰਡ ਰਟੌਲਾਂ ਦੇ ਰਵਿੰਦਰ ਸਿੰਘ ਹੁਣੀ ਬੈਠੇ ਨੇ। ਇਹ ਸਾਬਕਾ BSF ਦੇ ਵਿੱਚੋਂ ਰਿਟਾਇਰ ਹੋਏ ਨੇ, ਸਾਬਕਾ ਜਵਾਨ ਨੇ, ਅਤੇ ਇਹਨਾਂ ਨੇ ਵੀ ਉਹ ਸ਼ਰਾਬ ਜ਼ਹਿਰੀਲੀ ਪੀਤੀ ਸੀ। ਸਿਹਤ ਇਹਨਾਂ ਦੀ ਠੀਕ ਆ, ਪਰ ਇਹਨਾਂ ਨੇ ਆਪਣੀਆਂ ਅੱਖਾਂ ਗਵਾ ਲਈਆਂ। ਉਸ ਜ਼ਹਿਰੀਲੀ ਸ਼ਰਾਬ ਦਾ ਅਸਰ ਇਹਨਾਂ ਦੀਆਂ ਅੱਖਾਂ ਦੇ ਉੱਪਰ ਪਿਆ। ਫਿਲਹਾਲ ਇਹ 100% ਇਹਨਾਂ ਦੀ ਨਿਗਾਹ ਜਿਹੜੀ ਹੈ ਉਹ ਚਲੀ ਗਈ ਆ। ਕੁਝ ਦਿਨ ਪਹਿਲਾਂ ਇਹਨਾਂ ਨੇ ਉਹੀ ਜ਼ਹਿਰੀਲੀ ਸ਼ਰਾਬ ਪੀਤੀ ਸੀ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਦੱਸਿਆ ਕਿ ਸਾਡੇ ਇਸ ਤਰ੍ਹਾਂ ਜ਼ਹਿਰੀਲੀ ਸ਼ਰਾਬ ਵਿਕ ਰਹੀ ਆ ਅਤੇ ਮੇਰੀਆਂ ਅੱਖਾਂ ਚਲੇ ਗਈਆਂ, ਪਰ ਪ੍ਰਸ਼ਾਸਨ ਹਰਕਤ ਦੇ ਵਿੱਚ ਨਹੀਂ ਆਇਆ, ਜਿਸ ਦਾ ਨਤੀਜਾ ਅੱਜ 86 ਮੌਤਾਂ ਹੋ ਚੁੱਕੀਆਂ ਨੇ ਇਸ ਏਰੀਏ ਦੇ ਵਿੱਚ। ਤਰਨਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਇਹਨਾਂ ਇਲਾਕਿਆਂ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਪਿਆ ਹੈ। ਮੇਰੇ ਨਾਲ ਰਵਿੰਦਰ ਸਿੰਘ ਹੁਣੀ ਹੈਗੇ ਆ, ਇਹਨਾਂ ਨੇ ਆਪਣੀਆਂ ਅੱਖਾਂ ਗਵਾ ਲਈਆਂ। ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਹੈਗੇ ਆ। ਰਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਇਹ ਸ਼ਰਾਬ ਕਿੱਦਣ ਪੀਤੀ ਸੀਗੀ ਜਿਹੜੀ ਜ਼ਹਿਰੀਲੀ, ਜਿਹਦਾ ਅਸਰ ਤੁਹਾਡੀਆਂ ਅੱਖਾਂ ਤੇ ਪਿਆ? ਇਹ ਸਰ 16 ਜੁਲਾਈ ਸੀ ਨਾ, ਪਿਛਲਾ ਮਹੀਨਾ। ਹਾਂਜੀ, 16 ਜੁਲਾਈ ਨੂੰ ਵੀਰਵਾਰ ਕੋਈ ਦਿਨ ਦੇ 2-2:30 ਵਜੇ ਪੀਤੀ ਹੈ। ਹਾਂਜੀ, 2 ਬੰਦੇ ਆਈ, ਬੋਤਲ ਲੈਂਦੀ ਹੈ, ਘਰੇ ਬੀ ਕੇ ਪੀਤੀ ਹੈ। ਅਸਰ ਇਹਦਾ ਅਗਲੇ ਦਿਨ ਸ਼ੁਰੂ ਹੋਇਆ। ਪਤਾ ਸਾਨੂੰ ਉਦੋਂ ਲੱਗਾ ਵੀ ਇਹ ਸ਼ਰਾਬ ਨਹੀਂ ਗੀ, ਨਕੋਲ ਹੈ, ਕੋਈ ਜ਼ਹਿਰ ਆ। ਕਿਉਂਕਿ ਇੱਕ ਬੋਤਲ ਪੀਣ ਦੇ ਬਾਵਜੂਦ 2 ਬੰਦਿਆਂ ਨੂੰ ਨਸ਼ਾ ਨਹੀਂ ਹੋਣ ਡਿਆ। ਕੋਈ ਨਾ ਕੁਝ ਹੋਣਾ ਚਾਹੀਦਾ, ਤੇ ਵੀ ਭੋਰਾ ਵੀ ਨਸ਼ਾ ਨਹੀਂ ਹੋਇਆ, ਇੱਕ ਦਵਾਨੀ ਦਾ ਵੀ। ਅਸੀਂ ਉਦੋਂ ਦੋਵਾਂ ਨੇ ਸੋਚਿਆ ਸੀ ਵੀ ਸ਼ਰਾਬ ਨਹੀਂ, ਕੋਈ ਨਾ ਕੋਈ ਹੋਰ ਚੀਜ਼ ਹੈ, ਇਹ ਆਪਾਂ ਨੂੰ ਖਰਾਬ ਕਰੂਗੀ। ਚਲੋ ਉਸ ਰਾਤ ਮੁੜ ਕੇ ਮੈਂ ਨਹੀਂ ਪੀਤੀ। ਹੋ ਸਕਦਾ ਦੂਸਰੇ ਨੇ ਪੀਤੀ ਹੋਵੇ, ਉਹਨੂੰ ਉਲਟੀਆਂ ਉਲਟੀਆਂ ਆਈਆਂ, ਉਹ ਠੀਕ ਹੋ ਗਿਆ। ਮੈਂ ਡਰਦੇ 2 ਦਿਨ ਪੀਤੀ ਨਹੀਂ। ਅਗਲੀ ਸ਼ਾਮ ਜਦੋਂ ਹੋਈ ਹੈ, ਇੱਦਾਂ ਮੈਂ ਇੱਥੇ ਬੈਠਾ ਵਿਹੜੇ ਦੇ, ਤੇ ਫਿਰ ਤਿਆਰੀ ਜੀ ਕਰਨੇ ਆ ਝੂਠ ਨੂੰ ਮਾਰਨਾ ਵੀ ਚਲੋ ਪੈਗ ਸ਼ੈਗ ਲਾ ਕੇ ਆਉਣੇ ਆ ਬਾਹਰ ਜਾਣ ਦੀ। ਉਹ ਜਦੋਂ ਮੈਂ ਉੱਠਿਆ ਤੇ ਅੱਖਾਂ ਦੇ ਕਹਿੰਦਾ ਹਨੇਰਾ ਹਨੇਰਾ ਜਿਹਾ ਸ਼ੁਰੂ ਹੋ ਗਿਆ, ਤੇ ਚੱਕਰ ਆਉਣੇ ਸ਼ੁਰੂ ਹੋ ਗਏ। ਮੈਂ ਚਲੋ ਹੱਥ ਪਾ ਕੇ ਬਾਥਰੂਮ ਗਿਆ। ਬਾਥਰੂਮ ਬਾਹਰ ਆਇਆ, ਮੁੜ ਕੇ ਬਾਥਰੂਮ ਕਰਕੇ ਘਰ ਦਿੰਦੇ ਕੀ ਗੱਲ, ਮੈਂ ਕੁਝ ਨਹੀਂ ਜਾਂਦੇ, ਨਹੀਂ ਕੋਈ ਹੈਗਾ। ਮੈਂ ਨਹੀਂ, ਮੈਂ ਕਿਹੜੀ ਪੀਤੀ ਆ, ਵੀ ਕੱਲ ਪੀਤੀ ਸੀ, ਕੱਲ ਤੇ ਠੀਕ ਠਾਕ ਹੈ। ਮਹਿਸੂਸ ਜੇ ਨਹੀਂ ਕੀਤਾ ਵੀ ਹੋ ਸਕਦਾ। ਵੈਸੇ ਇੱਥੇ ਮੈਂ ਦਰਦ ਦੀ ਪੀੜ ਹੁੰਦੀ ਸੀ ਪੇਟ ਦੇ ਵਿੱਚ। ਫਿਰ ਉਸ ਤੋਂ ਬਾਅਦ ਡਾਕਟਰ ਨੂੰ ਛੱਡਿਆ, ਤੇ ਡਾਕਟਰ ਆਇਆ ਤੇ ਕਹਿੰਦਾ ਵੀ BP ਡਾਊਨ ਹੋਇਆ। ਮੈਂ ਵੀ ਮੇਰਾ BP ਕਦੀ ਡਾਊਨ ਹੋਇਆ ਹੀ ਨਹੀਂ ਗਾ, ਨਾ ਕਦੀ ਹਾਈ ਨਾ ਡਾਊਨ ਹੀ। ਕਹਿੰਦਾ ਨਹੀਂ ਡਾਊਨ ਹੈ, ਤੇ ਆਹ ਖੁਰਾਕ ਖਾ ਲਿਓ। ਉਹਨੇ ਇੱਕ ਖੁਰਾਕ ਦਿੱਤੀ ਵਿਚਾਰੇ ਨੇ, ਜ਼ਿਆਦਾ ਇਲਾਜ ਨਹੀਂ ਕੀਤਾ। ਚਲੋ ਰਾਤ ਖਾਧੀ ਆ, ਰਾਤ ਮੈਂ ਰੋਟੀ ਪਾਣੀ ਖਾਧਾ, ਸੌਂ ਗਿਆ। ਸੁਬਾਹ ਉੱਠਿਆ, ਨਹਾਤਾ ਧੋਤਾ, ਪਰ ਸਰੀਰ ਜਿਹੜਾ ਉਹ ਕੰਮ ਨਹੀਂ ਕਰ ਰਿਹਾ। ਅੱਛਾ, ਨਿਗਾਹ ਦੇ ਹੋਰ ਫਰਕ ਪੈ ਰਿਹਾ, ਤੇ ਚੱਕਰ ਆ ਰਹੇ। ਦੁਬਾਰਾ ਫਿਰ ਡਾਕਟਰ ਨੂੰ ਬੁਲਾਇਆ, ਉਹਨੇ ਆ ਕੇ ਫਿਰ ਚੈੱਕ ਕੀਤਾ, ਤੇ ਉਹੀ ਚੱਕਰ ਆਉਂਦਾ ਵੀ BP ਰਾਤ ਨੂੰ ਜ਼ਿਆਦਾ ਡਾਊਨ ਆ, ਤੇ ਸ਼ਹਿਰ ਚੱਲ ਜਾ। ਮੈਂ ਯਾਰ ਮੈਨੂੰ ਕੋਈ ਪ੍ਰੋਬਲਮ, ਸ਼ਹਿਰ ਕੱਢ ਲਿਆਵਾਂ ਵੀ ਜਾਂ ਮੈਂ ਡਿੱਗਣ ਨੇ ਆਵਾਂ, ਜਾਂ ਨਸ਼ਾ ਡਾਊਨ ਆ, ਜਾਂ ਕੋਈ ਗੱਲਬਾਤ ਹੈ। ਮੈਂ ਠੀਕ ਹਾਂ, ਚੱਕਰ ਹੀ ਮਾੜੇ ਮੋਟੇ, ਮੈਂ ਕੋਈ ਦਵਾਈ ਦਿੰਦਾ ਨਹੀਂ। ਕਹਿੰਦਾ ਬਈ ਤੀਜੀ ਮੌਤ ਹੋ ਗਈ ਪਿੰਡ 'ਚ। ਉਦੋਂ ਤੀਜੀ ਮੌਤ ਹੋਈ ਸੀ। ਅੱਛਾ, ਸ਼ਨੀਵਾਰ 18 ਤਰੀਕ ਨੂੰ। ਜਿਹੜੇ ਤੁਸੀਂ 2 ਬੰਦਿਆਂ ਨੇ ਲਿਆਂਦੀ ਸੀਗੀ, ਉਹ ਦੂਜਾ ਬੰਦਾ ਠੀਕ ਸੀ? ਤੇ ਦੂਜਾ ਮੈਂ ਹੋਇਆ ਬਿਮਾਰ 2 ਦਿਨ, 2 ਦਿਨ ਉਹ ਵੀ ਹੋਇਆ ਵਾ। ਪਰ ਉਹ ਪਤਾ ਨਹੀਂ, ਜਾਂ ਜੇ ਉਲਟੀਆਂ ਹੋਣ ਕਰਕੇ ਉਹਦੇ ਅੰਦਰੋਂ ਨਿਕਲ ਗਈ, ਤੇ ਮੈਨੂੰ ਉਲਟੀਆਂ ਨਹੀਂ, ਤੇ ਮੇਰੇ ਅੰਦਰ ਹੀ ਉਹ ਨਾ ਬਹਿ ਗਈ, ਜਿਹੜੀ ਕੋਈ ਚੀਜ਼ ਵਿੱਚ ਉਹਦੇ, ਜਿੱਦਾਂ ਜ਼ਹਿਰ ਜਾਂ ਕੋਈ ਵੀ ਸੰਘਣੀ ਜਿਹੀ ਚੀਜ਼ ਸੀ, ਜਿੱਦਾਂ ਭਾਰਾਪਣ ਨਹੀਂ ਹੁੰਦਾ, ਅੰਦਰ ਪੇਟ ਭਾਰਾ ਭਾਰਾ ਹੋ ਗਿਆ, ਵੀ ਨਾ ਤੁਰਿਆ ਜਾਵੇ ਨਾ ਖਲੋਇਆ ਜਾਵੇ। ਜਦੋਂ ਤੁਰਦਾ ਤਾਂ ਇੰਨੀ ਦਰਦ ਹੁੰਦੀ ਵੀ ਜਿੱਦਾਂ ਸਾਹ ਬੰਦ ਹੋ ਗਿਆ ਮੇਰਾ, ਸਾਹ ਵੀ ਨਹੀਂ ਆਉਂਦਾ। ਜਦੋਂ ਗੁਰੂ ਰਾਮਦਾਸ ਹਸਪਤਾਲ ਲੈ ਕੇ ਗਏ, ਉੱਥੇ ਗਏ 18 ਤਰੀਕ ਨੂੰ, ਤੇ ਮੇਰਾ ਸਾਹ ਨਹੀਂ ਨਿਕਲਦਾ। ਉੱਥੇ ਮੁੜ ਕੇ ਚਲੋ ਅਸੀਂ, ਉਹ ਜਦੋਂ ਡਾਕਟਰ ਆਇਆ ਸਵੇਰੇ, ਉਹਦਾ ਵੀ ਸ਼ਹਿਰ ਲੈ ਜਾਓ। ਚਲੋ ਫਿਰ ਜਾਣਾ ਪਿਆ ਮਜਬੂਰੀ ਨੂੰ। ਮੈਂ ਕਿਹਾ ਚਲੋ, ਵੈਸੇ ਰਾਦਾ। ਉਦੋਂ ਤੱਕ ਤੁਹਾਡੀਆਂ ਅੱਖਾਂ ਠੀਕ ਸੀ? ਉਦੋਂ 50% ਠੀਕ ਸੀ। ਅੱਛਾ, ਉਦੋਂ 50% ਦੇਖਦਾ ਸੀ, ਧੁੰਦਲਾ ਦੀਦਾ ਸੀ? ਹਾਂ, ਧੁੰਦਲਾ ਦੀਦਾ ਸੀ, ਤੇ ਚੱਕਰ ਆਉਂਦੇ ਸੀ, ਤੇ ਮੈਂ ਤੁਰ ਨਹੀਂ ਸਕਦਾ। ਅੱਛਾ, ਹਾਂਜੀ। ਮੁੜ ਕੇ ਗੁਰੂ ਰਾਮਦਾਸ ਹਸਪਤਾਲ ਗਏ, ਉੱਥੇ ਜਾ ਕੇ ਉਹਨਾਂ ਨੇ ਟੈਸਟ ਸ਼ੁਰੂ ਕਰਤੇ। ਪਹਿਲਾਂ ਕਰੋਨਾ ਦਾ ਕੀਤਾ, ਫਿਰ ਆਹ ਕਰ, ਉਹ ਨਿਗਾਹ ਵੀ ਕਹਿੰਦੀ ਗਏ ਕਿ ਮੈਂ ਕੇਅਰ ਨਹੀਂ ਕੀਤਾ ਉਹਨਾਂ। ਅੱਛਾ, 3 ਵਜੇ ਤੇ ਇੱਦਾਂ ਹੀ
3 ਵਜੇ ਤੋਂ ਬਾਅਦ ਕਈ ਕੋ ਦੱਸਣ ਗਿਆ ਕਰਨਾ ਉਹ ਕਰਨਾ ਹੈ ਵੀ ਸਾਨੂੰ ਛੁੱਟੀ ਦਿਓ, ਤੁਸੀਂ ਅਸੀਂ ਗੁਰੂ ਨਾਨਕ ਚੱਲ ਜਾਂਦੇ ਹਾਂ। ਵੀ ਸਵੇਰ ਦਾ ਤਾਂ ਕੀਤਾ ਕੋਈ ਨਹੀਂ, ਇੱਧਰ ਮੈਂ ਕਿਹਾ ਦਰਦ ਵੱਧ ਜਾਂਦੀ ਹੈ। ਦਰਦ ਕਿੱਥੇ ਹੁੰਦੀ ਸੀ? ਢਿੱਡ ਦੇ ਵਿੱਚ ਹੁੰਦੀ? ਪੇਟ ਦੇ ਵਿੱਚ ਕਿਉਂਕਿ ਇੰਨਾ ਫੁੱਲਦਾ ਜਾਂਦਾ ਸੀ ਨਾ ਉਹ, ਮਤਲਬ ਕਿ ਜਿੱਦਾਂ ਜ਼ਹਿਰ ਅੰਦਰ ਨਹੀਂ, ਉਹਦੇ ਨਾਲ। ਕੋਈ ਸਿਰ 'ਚ ਜਾਂ ਕੋਈ ਅੱਖਾਂ ਤੇ ਪੀੜ ਹੁੰਦੀ ਸੀਗੀ ਕਿ ਜਾਂ ਨਿਗਾਹ ਉਦਾਂ ਜਾਈ ਜਾ ਰਹੀ? ਨਹੀਂ ਦਰਦ ਹੁੰਦੀ ਸੀ, ਮੈਂ ਉਹ ਹੱਥ ਨਹੀਂ ਲੱਗਦਾ ਅੱਖਾਂ ਦੇ ਇੱਦਾਂ ਨਾ, ਕਿ ਟੱਚ ਨਹੀਂ ਕਰ ਸਕਦੇ ਆਪਾਂ। ਅੱਛਾ। ਤੇ ਸਿਰ ਦਰਦ ਹੀ ਪੂਰਾ ਪੀੜ ਸੀ। ਪਰ ਜ਼ਿਆਦਾ ਮੈਂ ਕਹਿ ਨਹੀਂ ਪਾਉਣ ਡਿਆ ਇਹਨਾਂ ਨੂੰ, ਕਿਸੇ ਨੂੰ। ਆਪਣੇ ਨਾਲ ਮੇਰੇ 10-15 ਜਣੇ ਸੀ, ਮੈਂ ਝੱਲੀ ਜਾ ਰਿਹਾ ਸਿਰ ਉੱਤੇ, ਜ਼ਿਆਦਾ ਕੇਅਰ ਨਹੀਂ ਲੈ ਰਿਹਾ ਆਪਣੇ ਆਪ ਤੇ ਵੀ ਮੈਂ ਇੰਨਾ ਤਕਲੀਫ 'ਚ ਹਾਂ। ਉੱਥੇ ਵੀ ਆਉਂਦੇ ਦਾ ਸਟੇਚਰ ਤੇ ਪਾ ਕੇ ਤੈਨੂੰ ਇੱਧਰ ਲੈ ਜਾਂਦੇ ਆ, ਵੀਲ ਚੇਅਰ ਤੇ ਇੱਧਰ, ਮੈਂ ਨਹੀਂ ਪੈਦਲ ਚੱਲਦੇ ਆ। ਉੱਥੇ ਕਦੀ ਕਿਸੇ ਕਮਰੇ ਵਾੜ, ਇੱਧਰ ਵਾ ਦੂਜੀ ਬਿਲਡਿੰਗ ਤੀਜੀ ਬਿਲਡਿੰਗ, ਕਦੇ ਸ਼ਾਮ ਪਾਤੀ ਮੇਰੀ। ਫਿਰ ਅਸੀਂ ਗੁਰੂ ਨਾਨਕ ਹਸਪਤਾਲ ਚਲੇ ਗਏ, ਉੱਥੋਂ ਮਤਲਬ ਉੱਥੇ ਨਹੀਂ ਉਹਨਾਂ ਨੇ ਕੇਅਰ ਨਹੀਂ ਕੀਤੀ? ਕੇਅਰ ਨਹੀਂ ਕੀਤੀ, ਬਸ ਉਹ ਟੈਸਟਾਂ ਦੇ ਲੱਗੇ ਰਹੇ ਸਾਰਾ ਦਿਨ ਜੀ, ਅੱਖਾਂ ਹੀ ਮੇਂਦੇ ਰਹੇ। ਪਿੱਛੇ ਦੇ ਹੈਗੀ ਹੈ, ਪਿੱਛੇ ਦੀ ਨਿਗਾਹ ਹੈਗੀ, ਬਸ ਇੱਦਾਂ ਕਰੀ ਗਏ ਸ਼ਾਮਾਂ ਤੱਕ। ਉੱਥੇ ਮੁੜ ਕੇ ਚਲੇ ਗਏ, ਉੱਥੇ ਮੁੜ ਕੇ ਉਹਨਾਂ ਚਲੋ ਜਾ ਕੇ ਟੈਸਟ ਵੀ ਕੀਤੇ ਆ, ਨਾਲ ਉਹਨਾਂ ਇਲਾਜ ਸ਼ੁਰੂ ਕਰਤਾ, ਗਲੂਕੋਜ਼ ਲਾਏ, ਬਾਥਰੂਮ ਵਗੈਰਾ ਆਇਆ। ਤੇ ਸ਼ਾਮ ਤੱਕ ਜਿਹੜਾ ਮੇਰਾ ਪੇਟ ਸੀ ਉਹ ਠੀਕ ਹੋ ਗਿਆ, ਦਰਦ ਜੋ ਸੀ ਨਾ। ਤੇ ਉਦੋਂ ਤੱਕ ਅੱਖਾਂ ਦੀ ਰੋਸ਼ਨੀ? ਉਦੋਂ ਤੱਕ ਹੈਗੀ ਸ਼ਾਮ ਤੱਕ। ਤੇ ਸ਼ਾਮ ਜਦੋਂ ਮੈਂ ਸਵੇਰੇ ਉੱਠਿਆ, ਰੋਸ਼ਨੀ ਬਿਲਕੁਲ ਖਤਮ ਹੋ ਚੁੱਕੀ। ਮਤਲਬ ਉਸ ਰਾਤ 50% ਸੀਗੀ ਤੇ ਜਦੋਂ ਸਵੇਰੇ ਉੱਠੇ ਕੁਝ ਨਹੀਂ ਦਿਖਿਆ? ਕੁਛ ਨਹੀਂ ਦਿਖਿਆ। ਹੁਣ ਵੀ ਵੈਸੇ ਵੇਖਣ ਚ ਅੱਖਾਂ ਤੁਹਾਡੀਆਂ ਬਿਲਕੁਲ ਠੀਕ ਲੱਗ ਰਹੀਆਂ ਨੇ, ਇਦਾਂ ਲੱਗ ਰਿਹਾ ਕਿ ਬਿਲਕੁਲ ਠੀਕ ਨੇ। ਤੇ ਉਹਦਾ ਦਿਸ ਕੁਝ ਨਹੀਂ ਰਿਹਾ ਤੁਹਾਨੂੰ? ਆਪਣਾ ਹੱਥ ਵੀ ਜਿਹੜਾ ਹਿਲਾਉਣਾ ਨੇ ਵੀ ਨਹੀਂ ਦਿਖਦਾ। ਅੱਛਾ। ਹਾਂਜੀ। ਇਹ ਸ਼ਰਾਬ ਲਈ ਕਿੱਥੋਂ ਸੀਗੀ? ਪਿੰਡੋਂ ਲਈ ਸੀ ਇੱਥੋਂ? ਹਾਂਜੀ, ਪਿੰਡੋਂ ਇਹ ਬੰਦੇ ਜਿਹੜੇ ਆ ਨਾ, ਇਹ ਪੁਰਾਣੇ ਇਹਨਾਂ ਦੇ ਮਤਲਬ ਦਾਦੇ ਪੜਦਾਦੇ ਵੀ ਇਹੋ ਕੰਮ ਕਰਦੇ ਸੀ। ਤੇ 30 ਸਾਲ ਤੋਂ ਮੈਂ ਖੁਦ ਵੇਖਣ ਡਿਆ। ਮੈਂ ਤੀਜੀ ਪੀੜ੍ਹੀ ਨੇ ਹਿਸਾਬ ਲਾ ਲਓ ਵੀ ਹੁਣ ਜਿਹਦੇ ਕੋਲ ਮੈਂ ਲਈ ਉਹਦਾ ਨਾਂ ਪ੍ਰਕਾਸ਼ ਸਿੰਘ ਪਾਸ਼ੀ ਆ, ਪਿਓ ਦਾ ਨਾਂ ਅਸ਼ਰ ਸਿੰਘ ਆ। ਇੱਕ ਉਹਦਾ ਭਰਾ ਹੁੰਦਾ ਸ਼ੀਂਬਾ, ਉਹ ਮਰ ਗਿਆ ਵਾ। ਉਹਦੀ ਘਰ ਦੀ ਤੇ ਗਾੜੀ ਉਹਦੇ ਮੁੰਡੇ ਸ਼ਰਾਬ ਵੇਚਦੇ ਆ, ਜਿਹੜੇ ਬਿੱਟੂ ਦੇ ਨਾਲ ਲਿੰਕ ਆ, ਬੁੱਗੇ ਵਾਲੇ ਨਾਲ। ਉਹਦੇ ਨੂੰ ਪੁਲਿਸ ਨਹੀਂ ਕੁਝ ਕਹਿੰਦੀ? ਆ ਪੁਲਿਸ ਮਹੀਨਾ ਲੈਂਦੀ ਆ ਜੀ। ਅਸੀਂ ਕਈ ਵਾਰ ਵੇਖਿਆ ਅੱਖੀਂ, ਚਲੋ ਸਾਡੇ ਕੋਲ ਵੀਡੀਓ ਹੈ ਨਹੀਂ, ਪੁਲਿਸ ਪ੍ਰਸ਼ਾਸਨ ਆਉਂਦਾ ਵਾ, ਹਫਤਾ ਮਹੀਨਾ ਡੇਲੀ ਚੱਲਦਾ। ਇੱਥੇ ਮਤਲਬ ਵੇਚਣ ਵਾਲੇ ਹੋਰ ਵੀ ਹੈਗੇ ਛੋਟੇ ਮੋਟੇ, ਜਿਹੜੇ ਛੋਟੇ ਮੋਟੇ ਉਹ ਹਫਤਾ ਦਿੰਦੇ ਆ, ਡੇਲੀ ਵੀ ਚੱਲਦਾ। ਇਹ ਸਾਮੀਆਂ ਥੋੜੀ ਮੋਟੀਆਂ ਸੀ, ਇਹਨਾਂ ਮੋਟਾ ਕੰਮ ਹੀ ਇਹਨਾਂ ਕੋਲ ਲੈਂਦੇ, ਫੜਦੇ ਨਹੀਂ। ਪਤਾ ਸਾਰਾ, ਜਦੋਂ 30 ਸਾਲ ਹੋ ਗਏ, ਜਦੋਂ ਲਾਗੇ ਪਿੰਡੇ ਸਾਡੇ ਇੱਥੇ 6 ਪਿੰਡ ਸਾਡੇ ਪਿੰਡ ਸ਼ਰਾਬ ਪੀਣਾ ਹੁੰਦਾ ਹੈ। ਉਹ ਪਿੰਡਾਂ ਨੂੰ ਪਤਾ ਵੀ ਲਟਾਉਣਾ ਸ਼ਰਾਬ ਨਹੀਂ, ਪ੍ਰਸ਼ਾਸਨ ਨੂੰ ਨਹੀਂ ਪਤਾ। ਜਿਹੜਾ 3 ਕਿਲੋਮੀਟਰ ਦੇ ਦਬੁਰਜੀ ਬੈਠਾ, ਵਰਪਾਲਾਂ ਦੇ ਆਉਂਦੇ ਸਾਹਮਣਾ ਪਿੰਡ ਆਉਂਦਿਆ ਵਾ, ਕੋਲੀ ਹੈ, ਬਹਿਲਾ, ਦਬੁਰਜੀ, ਸਾਰੇ ਸਾਡੇ ਪਿੰਡ ਆਉਂਦੇ ਆ। 6 ਪਿੰਡ ਆਉਂਦੇ ਆ, ਤੇ ਕਿੰਨਾ ਬੰਦਾ ਸ਼ਰਾਬ ਪੀਂਦਾ ਹੋਵੇ ਤਾਂ। ਤੇ ਜੇ ਪਿਛਲੇ 30 ਸਾਲਾਂ ਤੋਂ ਇਹ ਵੇਚਣ ਦੇ ਆ ਤੇ ਪੁਲਿਸ ਪ੍ਰਸ਼ਾਸਨ ਦੀ ਪੂਰੀ ਹਮਾਇਤ ਹੈ ਇਹਨਾਂ ਨੂੰ? ਪੂਰੀ ਫੁੱਲ। ਕਿਉਂਕਿ ਲੀਡਰ ਦੀ ਵੀ ਹਮਾਇਤ ਹੈਗੀ ਇਹਨਾਂ ਨੂੰ? ਇਹ ਲੀਡਰ ਬਾਰੇ ਨਹੀਂ ਕੋਈ ਕਹਿਦਾ, ਕਿਉਂ ਲੀਡਰ ਦੀ ਕਿਸੇ ਦੀ ਨਹੀਂ। ਲੀਡਰ ਬੋਲੇ ਤੇ ਫਿਰ ਪਤਾ ਲੱਗਦਾ ਨਾ, ਤੇ ਲੀਡਰ ਤੇ ਕੋਈ ਨਹੀਂ ਗਾ। ਹਾਂ, ਪਿੰਡ ਦੇ ਬੰਦਿਆਂ ਦੀ ਹੋ ਸਕਦੀ ਹੈ, ਇਹ ਨਹੀਂ ਕਹਿ ਸਕਦੇ। ਜਿੱਦਾਂ ਹੁਣ ਉਹਨੂੰ ਫੜਾਇਆ ਤੇ ਜ਼ਮਾਨਤ ਤੇ ਉਹ ਬਾਹਰ ਆ ਗਿਆ ਉਸੇ ਵੇਲੇ ਹੀ। ਅੱਛਾ, ਇਹ ਜ਼ਮਾਨਤ ਤੇ ਬਾਹਰ ਵੀ ਆ ਗਏ ਨੇ? ਬਾਹਰ ਵੀ ਆ ਗਏ, 9 ਬੋਤਲਾਂ ਪਾਈਆਂ, ਪਤਾ ਨਹੀਂ ਕੀ ਪਾਤਾ, ਤੇ ਉਹ ਸ਼ਾਮ ਨੂੰ ਫੇਰ ਘਰੇ ਆ। ਅੱਛਾ। ਤੁਹਾਡੇ ਪਿੰਡ 'ਚ ਮੌਤਾਂ ਕਿੰਨੀਆਂ ਹੋਈਆਂ ਨੇ? ਮੌਤਾਂ 3 ਹੋਈਆਂ ਜੀ। ਤਿੰਨੇ ਇਸੇ ਦੀ ਸ਼ਰਾਬ ਦੇ ਨਾਲ ਮਰੇ ਨੇ ਜਿੱਥੋਂ ਲਈ ਤੁਸੀਂ? ਹਾਂਜੀ ਹਾਂਜੀ, ਬਸ ਉਹਨਾਂ ਨੇ ਮੀਡੀਆ ਪਹਿਲਾਂ ਵੀ ਸਾਡੇ ਕੋਲ ਆਇਆ ਸੀ, ਉਹਨਾਂ ਜਨਾਨੀਆਂ ਨੇ ਪਤਾ ਨਹੀਂ ਡਰਦਿਆਂ ਮਾਰਿਆ ਜਾਂ ਉਹਨਾਂ ਆਪਣੇ ਭਈ ਸਾਡੇ ਇਧਰੋਂ ਇਹ ਮਹਿਬੀ ਸਿੰਘ ਆ, ਉਹਨਾਂ ਨੇ ਚੱਜ ਨਾਲ ਬਿਆਨ ਦੇ, ਉਹਨਾਂ ਇਹੋ ਕਹਿ ਤਾ ਜੀ ਸਾਡੇ ਕੋਲ ਪੈਸੇ ਲੈ ਜਾਂਦੇ, ਪਤਾ ਨਹੀਂ ਕਿੱਥੋਂ ਪੀ ਕੇ ਆਉਂਦੇ ਆ। ਸ਼ਰੇਆਮ ਨਾਂ ਨਹੀਂ ਲਿਆ, ਤੇ ਹੁਣ ਕਾਗਜ਼ ਚੁੱਕੀ ਫਿਰਦੇ ਆ ਵੀ 2-2 ਲੱਖ ਉਧਰ ਮਿਲਿਆ ਤੇ ਸਾਨੂੰ ਮਿਲ ਜੇ। ਹੁਣ ਭੱਜਣ ਡਏ ਆ, ਉਦੋਂ ਕਿਸੇ ਨੇ ਰਿਪੋਰਟ ਨਹੀਂ ਲਿਖਾਈ, ਕੋਈ ਮੀਡੀਆ ਸਾਹਮਣੇ ਬੋਲਿਆ ਨਹੀਂ ਗਾ, ਤੇ ਅਸੀਂ ਤਾਂ ਉਹਨਾਂ ਦੀ ਗੱਲ ਚੁੱਕੀ ਹੈ। ਇੱਕ ਗੱਲ ਹੋ ਰਿਹਾ ਵੀ ਤੁਸੀਂ ਪਿਛਲੇ ਮਹੀਨੇ ਜੁਲਾਈ ਮਹੀਨੇ ਦੀ 16-17 ਤਰੀਕ ਨੂੰ ਕਹਿੰਦੇ ਹੋ ਕਿ 18 ਤਰੀਕ ਨੂੰ ਪੀਤੀ ਸ਼ਰਾਬ, ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ। ਤੇ ਜੇ ਉਦੋਂ ਪ੍ਰਸ਼ਾਸਨ ਹਰਕਤ 'ਚ ਆਇਆ ਹੁੰਦਾ ਤਾਂ ਇੰਨੀਆਂ ਮੌਤਾਂ ਨਾ ਹੁੰਦੀਆਂ? ਸ਼ਾਇਦ ਨਾ ਹੁੰਦੀ ਨਾ। ਆ ਜਿਹੜੇ ਹੁਣ ਇੰਨੇ ਮਰ ਗਏ, ਚਲੋ ਇੱਥੇ ਤਾਂ ਕੋਈ ਨਹੀਂ ਉਸ ਤੋਂ ਬਾਅਦ ਮਰਿਆ, ਕਿਉਂਕਿ ਉਸ ਤੋਂ ਬਾਅਦ ਉਹਨਾਂ ਵੇਚੀ ਵੀ, ਵੇਚਣ ਡਿਆ ਜੀ ਵੀ ਗੰਡੇ ਜਿਹੜੀ ਵਿਕਦੀ ਨਹੀਂ ਵਿਕਦੀ, ਫੇਰ ਉਹ ਡੇ ਟੱਬਰ ਵੇਚਣ। ਅੱਛਾ। ਹਾਂਜੀ, ਫੇਰ ਚੱਲਣ ਡਿਆ ਕੰਮ। ਹੁਣ ਥੋੜਾ ਵੀ ਥੋੜਾ ਲੋਕੇ ਥੋੜਾ ਅੱਗੇ ਸ਼ਰੇਆਮ ਕਿ 24 ਘੰਟੇ ਸੀ, ਹੁਣ ਰਾਤ ਨੂੰ ਹੋਊਗਾ ਸ਼ਰਾਬ ਅਜੇ ਵੇਚੋ, ਘਰੇ ਬੈਠੇ ਉਹਦੇ ਗਏ ਆ। ਤਾਂ ਸ਼ਰਾਬ ਕਿੱਦਾਂ ਦੀ ਹੁੰਦੀ ਆ? ਮਤਲਬ ਬੋਤਲ ਕਿੰਨੀ ਕਿ ਤੁਸੀਂ ਕਿੰਨੇ ਦੀ ਲਿਆਉਂਦੇ ਹੋ ਬੋਤਲ? ਬੋਤਲ ਵੇਖੋ ਜੀ, ਉਹ ਆਖ ਦਿੰਦੇ ਕਿਹੜੀ ਲੈਣੀ ਹੈ, ਵਧੀਆ ਲੈਣੀ ਜੇ 150, ਜੇ ਘੜੀ ਲੈਣੀ 120, ਜੇ ਉਹ ਤੋਂ ਘੜੀ ਲੈਣੀ 100। ਹੁਣ ਕੋਲ ਉਹਨੀ ਵੱਧ ਘੱਟ ਪਾ ਦਿੰਦੇ। ਅਸੀਂ ਤਾਂ ਗਏ ਕਦੇ 2.5-3 ਸਾਲ ਹੀ ਹਾਂ। ਅੱਛਾ। ਡੇਲੀ ਵਾਲੇ ਆਪਾਂ ਨਹੀਂ ਹਾਂ, ਉਦੋਂ ਫਸੇ ਪਤਾ ਨਹੀਂ ਕੀ, ਐਵੇਂ ਕੋਈ ਆ ਗਿਆ ਬੰਦਾ ਪੀਣੀ ਤੋਂ ਉਹ ਦੁਪਹਿਰੇ ਚਲੇ ਗਏ, ਨਹੀਂ ਤੇ ਆਪਾਂ ਪੈਂਦੀ ਦੂਜੇ ਤੀਜੇ ਦਿਨ ਪੀਦੀ। ਡੇਲੀ ਵਾਲੇ ਜਾਂ ਦਿਨ ਰਾਤ ਵਾਲੇ ਹੈ ਨਹੀਂ। ਉਹਦੇ ਪਤਾ ਕਿਸਮਤ ਖਰਾਬ ਹੀ, ਉਦੋਂ ਵੀ ਉਹਦੇ ਘਰ ਜਾ ਵੜੇ 2-2.5 ਸਾਲ ਨਹੀਂ। ਰਵਿੰਦਰ ਸਿੰਘ ਹੁਣਾਂ ਦੇ ਮਾਤਾ ਜੀ ਵੀ ਸਾਡੇ ਨਾਲ ਹੈਗੇ ਆ, ਕਿਉਂਕਿ ਅਜੇ ਕੋਈ ਬਹੁਤੀ ਉਮਰ ਇਹਨਾਂ ਦੀ ਨਹੀਂ ਲੱਗਣ ਦੀ, ਬੱਚੇ ਵੀ ਅਜੇ ਛੋਟੇ ਨੇ। ਮਾਤਾ ਜੀ, ਇੱਕ ਜ਼ਹਿਰੀਲੀ ਸ਼ਰਾਬ ਤੁਹਾਡੇ ਪੁੱਤ ਦੀਆਂ ਅੱਖਾਂ ਲੈ ਬੈਠੀ, ਕੀ ਕਹਿੰਦੇ ਨੇ? ਅੱਖਾਂ ਲੈ ਬੈਠੀ ਆ ਸ਼ਰਾਬ, ਜਿਹੜੀ ਜ਼ਹਿਰੀਲੀ ਸ਼ਰਾਬ ਆ, ਪਿੰਡ 'ਚ ਹੀ ਕਹਿੰਦੇ ਵਿਕਦੀ ਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਪੁੱਤ ਨੂੰ ਹੁਣ ਇੰਨਾ ਵੱਡਾ ਦਾਗ ਲੱਗ ਗਿਆ? ਹੁਣ ਵੀਰ, ਮੈਂ ਇਹ ਕਹਿਣਾ ਚਾਹੁੰਦੀ ਕਿ ਇੱਕ ਮੇਰੇ ਪੁੱਤ ਨੂੰ ਆਂਦੇ ਹੁੰਦੇ ਜਿੱਦਾਂ ਦੀਆਂ ਅੱਖਾਂ ਹੋਣੀਆਂ ਚਾਹੀਦੀਆਂ। ਅੱਖਾਂ ਬਗੈਰ ਬੰਦਾ ਕਿਸ ਕੰਮ ਆ? ਕਿਸੇ ਕੰਮ ਨਹੀਂ ਗਾ।
ਇਹ ਬੈਠਾ ਵਾ ਮਾਂ ਦੇ ਸਾਹਮਣੇ, ਅੱਖਾਂ ਨਾਲ ਵੇਖੂਗਾ ਨਾ ਤੇ ਮਾਂ ਦਾ ਕੀ ਹਾਲਤ ਆ। ਅੱਗੇ ਇਹਨਾਂ ਦਾ ਡੈਡੀ ਹੈ ਨੀਗਾ, ਤੁਹਾਨੂੰ ਪਤਾ ਹੀ ਆ। ਫੇਰ ਗਾੜੀ ਹੁਣ ਇਹਨੂੰ ਨਾ ਦਿਸੇ, ਇਹ ਵੱਡਾ ਹੀ ਸਾਰਿਆਂ ਦਾ ਮੋਢੀ ਸੀ, ਅੱਗੇ ਲਾ ਕੇ ਤੁਰਦਾ ਸੀ, ਸਾਰੇ ਘਰ ਦਾ ਕੰਮ ਇਹਨੇ ਕੀਤਾ। ਭਰਾ ਆਪਣੇ ਨੇ 2 ਵਿਆਹੇ। ਇਹ ਕਿਤੇ ਐਡਾ ਕਮਲਾ ਤਾਂ ਹੈ ਨਹੀਂ ਸੀ ਜਿਹੜੀ ਉਦਣ ਹੀ ਇਹਨੇ ਸ਼ਰਾਬ ਪੀਣੀ ਸੀ। ਬਹੁਤ ਲਾਇਕ ਸੀ, ਹਰ ਇੱਕ ਰਿਸ਼ਤੇਦਾਰਾਂ ਦੇ ਵੀ ਜਾਂਦਾ ਆਉਂਦਾ ਸੀ, ਕਿਸੇ ਕੋਈ ਨਹੀਂ ਵੀ ਇਹਨੇ ਕਦੀ ਨਹੀਂ ਨਾ ਵੀ ਮੈਂ ਨਹੀਂ ਜਾਣਾ। ਸਾਰੇ ਪਰਿਵਾਰ ਦਾ ਆਗੂ। ਹੁਣ ਇਹ ਹੋਣਾ ਚਾਹੀਦਾ ਕਿ ਇੱਕ ਤੇ ਅੱਖਾਂ ਹੋਣੀਆਂ ਚਾਹੀਦੀਆਂ ਇਹਦੀਆਂ। ਬਾਕੀ ਇਹ ਕਿ ਬੱਚੇ ਨੂੰ ਕੋਈ ਗਾਂਹ ਸੋਚਣਾ ਚਾਹੀਦਾ ਕਿ ਜੇ ਠੀਕ ਨਾ ਹੋਊ ਤੇ ਘਰ ਕਮਾਈ ਨਾ ਸਾਡੇ ਆਊਗੀ ਤੇ ਖਾਵਾਂਗੇ ਕਿੱਥੋਂ ਅਸੀਂ। ਤੇ ਡਾਕਟਰ ਕੀ ਕਹਿੰਦੇ ਨੇ ਹੁਣ? ਡਾਕਟਰਾਂ ਨੇ ਕਿਹਾ ਹੋ ਜੂ ਠੀਕ। ਨਹੀਂ ਡਾਕਟਰ ਨੇ ਸਿਰਫ ਜਵਾਬ ਦੇ ਦਿੱਤਾ। ਡਾਕਟਰ ਕੀ ਕਹਿੰਦੇ ਨੇ? ਉਹਦੇ ਵੀ ਨਹੀਂ ਮੁਸ਼ਕਲ ਹੈ। ਮੈਨੂੰ ਤੇ ਏਦਾਂ ਕਹਿੰਦੇ ਨੇ ਵੀ ਠੀਕ ਹੋ ਜੂਗਾ। ਹੂੰ ਮਾਂ ਨੂੰ ਤਾਂ ਹੌਸਲਾ ਦੇਣਾ ਹੀ ਇਹਨਾਂ ਵੀ ਠੀਕ ਹੋ ਜੂਗਾ। ਜਿੰਨਾ ਚਿਰ ਠੀਕ ਨਹੀਂ ਹੁੰਦਾ ਚਿਰ ਸਾਨੂੰ ਕੀ ਪਤਾ ਲੱਗਦਾ। ਪਿੰਡ ਵਾਲੇ ਇਦਾਂ ਜਿੱਦਾਂ ਹੁਣ ਤੁਸੀਂ ਆ ਗਏ ਜੇ ਇਦਾਂ ਹੀ ਅੱਗੇ ਲੈ ਗਏ ਆ, ਉਹ ਕਰਦੇ ਤੇ ਕੁਛ ਨਹੀਂ ਗਏ। ਹੁਣ ਜਿਹਨੇ ਸ਼ਰਾਬ ਜ਼ਹਿਰੀਲੀ ਦਿੱਤੀ ਸੀ ਉਹਨੂੰ ਵੀ ਚਾਹੀਦੀ ਨਾ ਕੋਈ ਸਜ਼ਾ ਮਿਲਣੀ। ਇਹ ਤਾਂ ਜੇ ਘਰ ਨਹੀਂ ਆਇਆ ਤੇ ਜਿਹੜਾ ਸ਼ਰਾਬ ਵੇਚਣ ਵਾਲਾ ਪਹਿਲਾਂ ਸਾਡੇ ਪਿੰਡ ਆ ਗਿਆ, ਉਹ ਲੋਕ ਉਹਨਾਂ ਦੇ ਘਰ ਜਾਣ ਲੱਗ ਪਏ ਪੁੱਛਣ ਉਹਨੂੰ। ਤੇ ਸਾਡੇ ਘਰ ਤੇ ਕੋਈ ਆਏ ਸਰਪੰਚ ਤੇ ਕੋਈ ਮੈਂਬਰ ਵੜੇ ਨਾ। ਅਜੇ ਕੋਈ ਪਿੰਡ ਦਾ ਮੋਹਤਵਾਰ ਬੰਦਾ ਨਹੀਂ ਆਇਆ ਇੱਥੇ? ਸਾਹਮਣੇ ਮੇਰੇ ਤੇ ਮੱਥੇ ਕੋਈ ਵੀ ਨਹੀਂ ਲੱਗਾ ਅਜੇ ਤੱਕ ਵੀ ਕੀ ਗੱਲ ਹੋਈ ਆ ਜਾਂ ਬੀਬੀ ਕੀ ਨਹੀਂ ਹੋਇਆ। ਤੇ ਉਧਰ ਉਹਨਾਂ ਦੇ ਘਰ ਤੇ ਚੱਲ ਗਏ ਨਾ, ਪਤਾ ਤੇ ਲੱਗ ਜਾਂਦਾ ਨਾ ਵੀ ਸਰਪੰਚ ਆ ਗਿਆ, ਫਲਾਣਾ ਆ ਗਿਆ ਵਾ। ਤੇ ਇਹਦੇ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਕਿ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਹੁਣ ਇਹਦੇ ਬੱਚੇ ਕਿੱਦਾਂ ਪਾਲਣੇ ਆ। ਮਾਂ ਬੈਠੀ ਆ, ਬੱਚੇ ਆ, ਕਿ ਕੌਣ ਪਾਲੂਗਾ ਇਹਦੇ ਬੱਚੇ? ਜੇ ਉੱਠ ਕੇ ਤੁਰੂ ਫਿਰੂਗਾ ਨਾ, ਨਹਾਊ ਧੋਊਗਾ ਨਾ, ਰੋਟੀ ਨਹੀਂ ਖਾ ਸਕਦਾ ਇਹ, ਕੌਣ ਇਹਨੂੰ ਰੋਟੀ ਰੋਜ਼ ਖਵਾਇਆ ਕਰੂ? ਕੌਣ ਨਵਾਇਆ ਧੋਇਆ ਕਰੂ? ਕਿੰਨਾ ਮੁਸ਼ਕਿਲ ਹੋ ਗਿਆ ਵਾ। ਇਹਦੇ ਬਾਰੇ ਸੋਚਣਾ ਚਾਹੀਦਾ ਨਾ ਸਾਰਿਆਂ ਨੂੰ। ਕੋਈ ਵੀ ਆ ਪਿੰਡ ਦੀ ਪਰੇ ਪੰਚਾਇਤ ਸੋਚਣ ਇਹਦੇ ਬਾਰੇ। ਤਾਂ ਹੁਣ ਡਾਕਟਰ ਬਾਈ ਜੀ ਕੀ ਕਹਿੰਦੇ ਨੇ ਕਿ ਉਹ ਨਹੀਂ ਹੋ ਸਕਦਾ ਹੁਣ ਇਹ? ਉਹਨਾਂ ਰੱਬ ਹੀ ਆ ਸਾਡੇ ਨੂੰ ਕਹੀਂ ਬਾਹਰ ਵਾਲੀ 15 ਦਿਨ ਹੋ ਗਏ ਇਹਨੂੰ ਇਲਾਜ ਕਰਦੇ ਨੂੰ। ਤੇ 2 ਵਾਰ ਮੈਂ ਦਿਖਾ ਚੁੱਕਾ, ਕੱਲ ਵੀ ਦਿਖਾ ਕੇ ਘਰ ਆਇਆ ਵਾਂ। ਉਹਦੇ ਵੀ ਸਾਡੇ ਹੱਥ ਖੜੇ ਆ। ਕੀ ਹੋਇਆ? ਕੀ ਮਤਲਬ ਅਸਰ ਕਿਹੜੀ ਚੀਜ਼ ਤੇ ਪਿਆ? ਪਰਦੇ ਅੰਦਰ ਕਿ ਜਾਂ ਕੀ ਰੌਸ਼ਨੀ ਕੀ? ਉਹਦੇ ਵੀ ਅੰਦਰੋਂ ਆਖੀ ਜਾਂਦੇ ਠੀਕ ਆ ਤੇ ਬਾਹਰੋਂ ਦੀ ਤਾਂ ਮੈਂ ਜੇ ਪਿੱਛੋਂ ਠੀਕ ਫਿਰ ਬਾਹਰ ਕੀ ਹੋਣਾ ਸੀ। ਤੇ ਬਾਕੀ ਉਹਦੇ ਵੀ ਹੁਣ ਉਹਨੂੰ ਜਵਾਬ ਦੇ ਦਿੱਤਾ ਕਿ ਕੱਲ ਸਾਨੂੰ। ਫਿਰ ਅਸੀਂ ਕੱਲ ਘਰ ਆ ਗਏ ਆ। ਪਛਤਾਵਾ ਹੁੰਦਾ ਕਿ ਇੱਕ ਨਿੱਕੀ ਜੀ ਗਲਤੀ ਸਾਨੂੰ ਇੰਨਾ ਵੱਡਾ ਦੁੱਖ ਲੈ ਉਹ ਤੇ ਹੁੰਦਾ ਹੀ ਆ ਵੀ ਇੱਕ ਚੰਗੇ ਭਲੇ ਬੰਦੇ ਨਾ ਕਦੀ ਕਿਸੇ ਘਰ ਜਾਈਏ ਨਾ ਇਹ ਨਾ ਫਾਲਤੂ ਸ਼ਰਾਬ ਪੀਨੇ ਆ। ਉੱਪਰ ਦੀ ਕੋਈ ਕਿਸਮਤ ਨਹੀਂ ਜੀ। ਸ਼ਰਾਬ ਨਹੀਂ ਕੱਢੀ ਨਾ ਜੱਸੀ ਦਾ ਘਰ, ਨਾ ਡੈਡੀ ਨੇ ਕੱਢੀ ਨਾ ਹੀ ਕੱਢੀ ਕਰੀ ਸ਼ਰਾਬ ਘਰ। ਮੁੱਲ ਲੈ ਕੇ ਪੀਂਦੇ ਰਹੇ, ਉਹ ਵੀ ਪੀਂਦੇ ਰਹੇ, ਇਹ ਵੀ ਗਾੜੀ ਪੀਣ ਡਿਆ। ਪਹਿਲੇ ਦਿਨ ਤੇ ਸ਼ਰਾਬ ਪੀਤੀ ਨਹੀਂ ਤੇ ਪਹਿਲੇ ਦਿਨ ਉਦੋਂ ਹੀ ਪੀਤੀ ਸੀ। ਜਦੋਂ ਉਹਨੇ ਹੁਣ ਕੀ ਪਤਾ ਜ਼ਹਿਰ ਪਾਤਾ ਵਿੱਚ, ਕੀ ਪਾਤਾ ਜ਼ਹਿਰੀਲੀ ਚੀਜ਼ ਕਿਹੜੀ ਪੈ ਗਈ ਉਹਨਾਂ ਕੋ। ਲੋਕਾਂ ਦੇ ਵੀ ਨੁਕਸਾਨ ਹੋਏ ਤੇ ਸਾਡਾ ਵੀ ਹੋਇਆ। ਇਹ ਤਾਂ ਬਹੁਤ ਵੱਡਾ ਨੁਕਸਾਨ ਹੈ ਜੀ। ਬਹੁਤ ਵੱਡਾ ਵਾ। ਮਰਨੋਂ ਵੱਡਾ ਨੁਕਸਾਨ ਹੈ। ਮਰਨ ਤੇ ਮਰ ਕੇ ਛੁੱਟ ਗਏ ਤੇ ਮੈਂ ਬਾਜਾਂ ਨਾਲ ਮੈਂ ਹੋਰ ਸਾਰੇ ਟੱਬਰ ਨੂੰ ਬੱਧਾ। ਨਾ ਮੈਂ ਬਾਥਰੂਮ ਜਾ ਸਕਦਾ ਨਾ ਮੈਂ ਕੋਈ ਨਾ ਕੋਈ ਇੱਥੇ ਨੇ ਬੈਠਾ। ਹੁਣ ਕਿੰਨੇ ਜਣੇ ਬੈਠੇ ਸਿਰ ਆਵਾਜ਼। ਬੱਚਿਆਂ ਨੂੰ ਪਿਆ ਸ਼ਰਾਬ ਕਰਾਓ। ਤੁਹਾਨੂੰ ਬਿਲਕੁਲ ਵੀ ਨਹੀਂ ਦੀਦਾ ਮਤਲਬ ਕਿ ਤੂੰ ਦਲਾ ਦਿੱਤਾ ਦਿਸਦਾ ਹੋਵੇ ਕੋਈ ਅੱਗੇ ਬੈਠਾ ਕੋਈ ਕੁਛ ਨਹੀਂ? ਨਾ ਬਿਲਕੁਲ ਨਹੀਂ। ਚਲੋ ਰਵਿੰਦਰ ਸਿੰਘ ਜੀ ਹੌਸਲਾ ਹੀ ਹੈ ਕਿਉਂਕਿ ਨਿੱਕੀ ਜੀ ਗਲਤੀ ਤਾਂ ਸਾਡੇ ਕੋਲ ਹੋਈ ਹੈ ਕਿ ਜਿਹੜੀ ਅਸੀਂ ਇਹ ਸ਼ਰਾਬ ਪੀ ਕੇ ਮਾੜੀ ਇਸ ਚੀਜ਼ ਨੂੰ ਤਾਂ ਮੰਨਣਾ ਪਊਗਾ ਕਿ ਗਲਤੀ ਹੋਈ ਹੈ ਸਾਡੇ ਤੋਂ। ਪ੍ਰਸ਼ਾਸਨ ਮੇਰੇ ਕੋਲ ਹਸਪਤਾਲ ਵੀ ਗਿਆ ਵਾ, ਉੱਥੇ ਮੇਰੇ ਸਾਈਨ ਕਰਾ ਕੇ ਉਦੋਂ ਮਾੜਾ ਮਾੜਾ ਦੀਦਾ ਸੀ, ਉਦੋਂ ਮੈਂ ਸਿਗਨੇਚਰ ਕੀਤੇ ਆ। ਅੱਛਾ। ਉਸ ਤੋਂ ਬਾਅਦ ਜਦੋਂ ਉੱਥੋਂ ਛੁੱਟੀ ਮਿਲ ਗਈ ਉਹਨਾਂ ਕਿਹਾ ਵੀ ਅੰਦਰੋਂ ਠੀਕ ਹੋ ਗਿਆ ਵਾ, ਤੁਸੀਂ ਛੁੱਟੀ ਲੈ ਲਓ, ਹੁਣ ਅੱਖਾਂ ਦਾ ਇਲਾਜ ਕਰਾਓ। ਤੇ ਅੱਖਾਂ ਦੀ ਰਿਪੋਰਟ ਜਿਹੜੀ ਗੁਰੂ ਰਾਮਦਾਸ ਗੁਰੂ ਨਾਨਕ ਦੇਵ ਤੇ ਪ੍ਰਾਈਵੇਟ ਹਸਪਤਾਲ ਤਿੰਨਾਂ ਦੀ ਬਰਾਬਰ ਹੀ ਹੈ। ਅੱਛਾ। ਹਾਂਜੀ ਇੱਕੋ ਦੇ ਰਹੇ, ਇੱਕੋ ਦਵਾਈ ਦੇ ਰਹੇ, ਸ਼ੁਰੂ ਕਰਨ ਲੱਗੇ ਸੀ ਉਹ। ਫਿਰ ਚਲੋ ਅਸੀਂ ਪ੍ਰਾਈਵੇਟ ਖਾਂਦੇ ਰਹੇ ਹਾਂ। ਫਿਰ ਪੁਲਿਸ ਪ੍ਰਸ਼ਾਸਨ ਉੱਥੇ ਹੀ ਪਹੁੰਚਿਆ, ਮੇਰੇ ਕੋਲ ਭਰਾ ਮੇਰੇ ਦੇ ਘਰ ਮੈਂ ਉੱਥੇ ਰਹਿਣਾ, ਉੱਥੇ ਪਹੁੰਚਿਆ। ਉੱਥੋਂ ਵੀ ਸਾਰੀ ਰਿਪੋਰਟ ਲੈ ਆਇਆ ਵਾ, ਪਰ ਗਾੜੀ ਕਾਰਵਾਈ ਫੇਰ ਨਹੀਂ ਕਰਦੇ। ਲਿਖਾ ਕੇ ਲੈ ਉਦੋਂ ਦੇ ਸਾਈਨ, ਮੈਂ ਸਾਈਨ ਨਹੀਂ ਹੁਣ ਮੈਂ ਕਰਨ ਜੋਗਾ, ਮੈਂ ਹੁਣ ਨਿਗਾ ਬਿਲਕੁਲ ਚਲੇ ਗਈ। ਫਿਰ ਮੇਰਾ ਅੰਗੂਠਾ ਲਵਾਇਆ ਇਹਨੇ, ਪਰ ਗਾੜੀ ਕਾਰਵਾਈ ਫੇਰ ਇਹਨਾਂ ਕੋਈ ਨਹੀਂ। ਤੂੰ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਮੰਗ ਕੀ ਕਰਦੇ ਹੋ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਸ਼ਰਾਬਾਂ ਵੇਚਦੇ ਆ, ਕਿ ਜਾਂ ਤੁਹਾਡੀ ਹੈਲਪ ਕਰਨ ਉਹ? ਨਹੀਂ ਤੇ ਦੋਵੇਂ ਕੰਮ ਚਾਹੁੰਦੇ ਵੀ ਇਹਨਾਂ ਦੇ ਨੱਥ ਵੀ ਪਵੇ, ਵੀ ਗਾਂ ਨਾ ਕੋਈ ਇਹੋ ਜਿਹਾ ਕੰਮ ਹੋਵੇ। ਜਿਹੜੇ ਵਿਚਾਰੇ ਗਰੀਬ ਮਰ ਗਏ, ਤਿੰਨ ਉਹ ਗਰੀਬ ਹੀ ਤਿੰਨੇ ਮਜਬੀ ਸਿੰਘ ਵਿਚਾਰੇ ਨਿੱਕੇ ਨਿੱਕੇ 3 ਕੁੜੀਆਂ ਵਾ। ਤੇ ਚਲੋ ਇੱਕ ਦੇ ਮੁੰਡੇ ਥੋੜੇ ਜਵਾਨ ਹੀ ਕਮਾਉਂਦੇ ਆ। ਤੇ ਜਿਹੜਾ ਇਦਾਂ ਗਰੀਬ ਬੰਦਾ ਗਾਂ ਇਹੋ ਜਿਹੇ ਹੋਰ ਕੋਈ ਕਿਸੇ ਦੇ ਨਾਲ ਨਾ ਹੋਵੇ, ਜਿੱਦਾਂ ਮੇਰੇ ਨਾਲ ਹੀ ਹੋਇਆ। ਮੰਨ ਲਓ ਵੀ ਹੋਰ ਕਹਿਣਾ, ਮੰਨ ਲਓ ਮੇਰੇ ਕੋਲ ਜੇ ਹੋਊਗਾ ਮਾੜਾ ਮੋਟਾ ਕਿੱਲਾ ਜ਼ਮੀਨ, ਤੇ ਕਿੱਲੇ ਜ਼ਮੀਨ ਨਾਲ ਕੀ ਬਣਦਾ। ਹਾਂਜੀ ਸੋ ਇਹੀ ਗੱਲ ਆ। ਸੋ ਇਹ ਮਾਝੇ ਦੇ ਵਿੱਚ ਲਗਾਤਾਰ ਕਹਿਰ ਜਿਹੜਾ ਵਾ ਜ਼ਹਿਰੀਲੀ ਜ਼ਹਿਰ ਦਾ ਸ਼ਰਾਬ ਦਾ ਜਾਰੀ ਹੈ। ਤਾਂ ਇਹ ਰਵਿੰਦਰ ਸਿੰਘ ਹੋਣਾ ਦੀ ਕਹਾਣੀ ਆ। ਇਹਨਾਂ ਨੇ 15 ਦਿਨ ਪਹਿਲਾਂ ਉਹ ਸ਼ਰਾਬ ਪੀਤੀ ਸੀਗੀ, ਉਸੇ ਹੀ ਕੋਲੋਂ ਲੈ ਕੇ ਸ਼ਰਾਬ ਜਿੰਨਾ ਪੀਤੀ ਸੀ ਉਹਨਾਂ ਦੀ 3 ਮੌਤਾਂ ਵੀ ਹੋਈਆਂ ਨੇ ਇਸ ਪਿੰਡ ਦੇ ਵਿੱਚ। ਪਰ ਇਹਨਾਂ ਦੀ ਕਿਸਮਤ ਕਹਿ ਸਕਦੇ ਆ ਕਿ ਥੋੜੀ ਜਿਹੀ ਠੀਕ ਆ, ਕਿ ਸਿਹਤ ਪੱਖੋਂ ਠੀਕ ਆ, ਪਰ ਅੱਖਾਂ ਚਲੇ ਗਈਆਂ। ਕਹਿੰਦੇ ਕਿ ਅੱਖਾਂ ਦੇ ਨਾਲ ਅੱਖਾਂ ਨਾ ਹੋਣ ਤੇ ਫਿਰ ਜਹਾਨ ਕਾਹਦਾ ਹੁੰਦਾ। ਸੋ ਇਹ ਇੱਕ ਕਹਾਣੀ ਆ, ਕਿਉਂਕਿ ਇਸ
ਖਬਰ ਨੂੰ ਦਿਖਾਉਣ ਦਾ ਮਕਸਦ ਤੁਹਾਡੇ ਤੱਕ ਇਹੀ ਹੈ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ, ਸ਼ਰਾਬ ਇੱਕ ਜ਼ਹਿਰੀਲੀ ਚੀਜ਼ ਆ, ਕਿਉਂਕਿ ਇਹ ਚੀਜ਼ਾਂ ਤਾਂ ਸ਼ੁਰੂ ਤੋਂ ਹੀ ਸਾਨੂੰ ਪਤਾ ਆ, ਪਰ ਜਦੋਂ ਨਿੱਕੀਆਂ ਨਿੱਕੀਆਂ ਗਲਤੀਆਂ ਕਰਕੇ ਫਿਰ ਏਡੀਆਂ ਵੱਡੀਆਂ ਸਜ਼ਾਵਾਂ ਮਿਲਦੀਆਂ ਨੇ, ਫਿਰ ਕਿਤੇ ਨਾ ਕਿਤੇ ਘਰ ਪਰਿਵਾਰ ਵੀ ਕਿਤੇ ਬਰਬਾਦ ਹੋ ਜਾਂਦੇ ਨੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਤਰਨਤਾਰਨ, ਪਿੰਡ ਰਟੌਲ।